ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ SK ਸਟੱਡੀ ਪੁਆਇੰਟਸ ਦੇ ਉੱਪਰ। ਤੇ ਅੱਜ ਆਪਾਂ ਗੱਲ ਕਰਾਂਗੇ ਸਮਾਜਿਕ ਵਿਗਿਆਨ ਵਿਸ਼ੇ ਦੀ, ਜਿਹੜਾ ਕਿ ਹੈਗਾ ਇਹ 7ਵੀਂ ਕਲਾਸ ਦੇ ਨਾਲ ਸੰਬੰਧਿਤ। ਤੇ ਇਹਦੇ ਵਿੱਚ ਆਪਾਂ ਗੱਲ ਕਰਨੀ ਹੈਗੀ ਹੈ ਇਤਿਹਾਸ ਵਿਸ਼ੇ ਦੀ। ਤੇ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਮੁਗਲ ਵੰਸ਼ ਨੂੰ ਹੀ ਕੰਟੀਨਿਊ ਕਰਾਂਗੇ। ਇਹਦੇ ਵਿੱਚ ਆਪਾਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਬਾਬਰ, ਹਿਮਾਯੂ ਤੇ ਅਕਬਰ ਨੂੰ ਜਿਹੜਾ ਕੰਪਲੀਟ ਕੀਤਾ ਸੀ। ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਹਾਂਗੀਰ, ਸ਼ਾਹਜਹਾਂ ਤੇ ਔਰੰਗਜ਼ੇਬ ਦੀ ਗੱਲ ਕਰਨੀ ਹੈਗੀ ਹੈ। ਤੇ ਨਾਲ ਦੀ ਨਾਲ ਆਪਾਂ ਗੱਲ ਕਰਨੀ ਹੈਗੀ ਮਨਸਬਦਾਰੀ ਪ੍ਰਣਾਲੀ ਦੇ ਬਾਰੇ ਵਿੱਚ, ਜਿਹੜੀ ਕਿ ਮੁਗਲਾਂ ਦੇ ਦੁਆਰਾ ਸ਼ੁਰੂ ਕੀਤੀ ਗਈ ਸੀ। ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈਗੀ ਅੱਜ ਮਨਸਬਦਾਰੀ ਪ੍ਰਥਾ ਦੇ ਬਾਰੇ ਵਿੱਚ। ਜਿਵੇਂ ਕਿ ਆਪਾਂ ਦੇਖਦੇ ਹੈਗੇ ਆ ਕਿ ਕੋਈ ਵੀ ਸਾਮਰਾਜ ਹੈਗਾ, ਜਦੋਂ ਉਸਦਾ ਵਿਸਥਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਫਿਰ ਇੱਕ ਵਿਅਕਤੀ ਦੇ ਦੁਆਰਾ ਜਿਹੜਾ ਉਸ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਤੇ ਇਸ ਲਈ ਜਿਹੜਾ ਅਕਬਰ ਹੈਗਾ ਹੈ, ਉਹਦੇ ਜਦੋਂ ਸਾਮਰਾਜ ਦਾ ਬਹੁਤ ਜ਼ਿਆਦਾ ਵਿਸਥਾਰ ਹੋ ਜਾਂਦਾ ਤਾਂ ਉਹ ਅੱਗੇ ਜਿਹੜਾ ਮਨਸਬਦਾਰੀ ਪ੍ਰਣਾਲੀ ਸ਼ੁਰੂ ਕਰਦਾ ਹੈਗਾ, ਜਿਸ ਦੇ ਵਿੱਚ ਉਹ ਅੱਗੇ ਜਿਹੜਾ ਸਾਮਰਾਜ ਹੈਗਾ ਹੈ ਉਹਨੂੰ ਛੋਟੇ ਛੋਟੇ ਭਾਗਾਂ ਦੇ ਵਿੱਚ ਵੰਡ ਦਿੰਦਾ ਹੈਗਾ। ਤੇ ਇਸ ਦੇ ਨਾਲ ਹੀ ਆਪਾਂ ਦੇਖਦੇ ਹੈਗੇ ਆ ਕਿ ਜਿਹੜਾ ਮਨਸਬਦਾਰੀ ਪ੍ਰਣਾਲੀ ਹੈਗੀ ਆ ਉਸ ਦੀ ਸ਼ੁਰੂਆਤ ਹੋ ਜਾਂਦੀ ਹੈਗੀ ਹੈ ਭਾਰਤ ਦੇ ਵਿੱਚ। ਇਸ ਦੇ ਨਾਲ ਹੀ ਆਪਾਂ ਦੇਖਦੇ ਹੈਗੇ ਆ ਕਿ ਜਿਹੜੀ ਮੁਗਲ ਟਾਈਮ ਤੇ ਮਨਸਬਦਾਰੀ ਪ੍ਰਣਾਲੀ ਦੀ ਜਿਹੜੀ ਸ਼ੁਰੂਆਤ ਹੋ ਜਾਂਦੀ ਹੈਗੀ ਹੈ। ਤੇ ਇਹਦੇ ਵਿੱਚ ਆਪਾਂ ਦੇਖਦੇ ਹੈਗੇ ਆ ਕਿ ਜਿਹੜੇ ਮੁਗਲ ਸ਼ਾਸਕ ਹੈਗੇ ਨੇ, ਉਹਨਾਂ ਨੇ ਜਿਹੜੇ ਵੱਖ-ਵੱਖ ਸਮੂਹਾਂ ਦੇ ਮੈਂਬਰਾਂ ਨੂੰ ਜਿਹੜਾ ਪ੍ਰਸ਼ਾਸਨ ਵਿੱਚ ਨਿਯੁਕਤ ਕਰਨਾ ਸ਼ੁਰੂ ਕੀਤਾ ਸੀਗਾ, ਜਿਨ੍ਹਾਂ ਨੂੰ ਮਨਸਬਦਾਰ ਕਿਹਾ ਜਾਂਦਾ ਸੀ। ਤੇ ਇਹ ਮੁਗਲ ਸਾਮਰਾਜ ਦਾ ਵਿਸਥਾਰ ਹੋਣ ਲੱਗਾ ਸੀ, ਜਿਸ ਦੇ ਚੱਲਦੇ ਹੀ ਸਾਰਾ ਕੁਝ ਆਪਾਂ ਨੂੰ ਮਨਸਬਦਾਰੀ ਪ੍ਰਥਾ ਵਗੈਰਾ ਦੇਖਣ ਨੂੰ ਮਿਲਦੀ ਹੈਗੀ ਹੈ। ਤੇ ਇਹਦੇ ਵਿੱਚ ਆਪਾਂ ਦੇਖਦੇ ਹੈਗੇ ਜਿਹੜੇ ਮਨਸਬਦਾਰੀ ਪ੍ਰਣਾਲੀ ਅਨੁਸਾਰ ਜਿਹੜੇ ਕਰਮਚਾਰੀ ਹੈਗੇ, ਉਹਨਾਂ ਦਾ ਅਹੁਦਾ ਤੇ ਆਮਦਨ ਜਿਹੜੀ ਹੈਗੀ ਹੈ, ਨਾਲ ਦੀ ਨਾਲ ਜਿਹੜਾ ਦਰਬਾਰ ਦੇ ਵਿੱਚ ਜਗ੍ਹਾ ਵੀ ਉਹਦੀ ਨਿਸ਼ਚਿਤ ਕੀਤੀ ਜਾਂਦੀ ਸੀਗੀ। ਤੇ ਮਨਸਬ ਜਿਹੜਾ ਸ਼ਬਦ ਹੈਗਾ ਹੈ, ਇਹਦਾ ਅਰਥ ਹੁੰਦਾ ਹੈ ਅਹੁਦਾ, ਤੇ ਜਾਂ ਫਿਰ ਇਸ ਨੂੰ ਜਿਹੜਾ ਮਨਸਬ ਹੀ ਬੋਲਿਆ ਜਾਂਦਾ ਹੈਗਾ ਹੈ। ਤੇ ਮਨਸਬਦਾਰ ਜਿਹੜੇ ਹੈਗੇ ਨੇ, ਦੇਸ਼ ਦੇ ਜਿਹੜੇ ਸਿਵਲ ਜਾਂ ਫਿਰ ਸੈਨਿਕ ਵਿਭਾਗ ਨਾਲ ਸੰਬੰਧਿਤ ਵਿਅਕਤੀ ਹੁੰਦੇ ਸੀਗੇ। ਮਨਸਬਦਾਰ ਦੀ ਨਿਯੁਕਤੀ, ਉੱਨਤੀ ਤੇ ਜਿਹੜਾ ਸੇਵਾ ਮੁਕਤੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਮੁਗਲ ਬਾਦਸ਼ਾਹ ਜਿਹੜਾ ਹੈਗਾ ਹੈ ਮੀਰ ਬਖਸ਼ੀ ਦੀ ਸਿਫਾਰਿਸ਼ ਤੇ ਜਿਹੜਾ ਮਨਸਬਦਾਰ ਦੀ ਨਿਯੁਕਤੀ ਕਰਦਾ ਸੀ। ਤੇ ਨਿਯੁਕਤੀ ਜਿਹੜੀ ਹੈਗੀ ਆ ਯੋਗਤਾ ਦੇ ਅਨੁਸਾਰ ਕੀਤੀ ਜਾਂਦੀ ਸੀਗੀ। ਤੇ ਮਨਸਬਦਾਰ ਜਿਹੜਾ ਹੇਠਲੇ ਅਹੁਦੇ ਤੋਂ ਭਰਤੀ ਹੋ ਕੇ ਜਿਹੜਾ ਉੱਪਰਲੇ ਅਹੁਦੇ ਤੱਕ ਜਿਹੜਾ ਤਰੱਕੀ ਪ੍ਰਾਪਤ ਕਰ ਲੈਂਦਾ ਸੀ। ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਮਨਸਬ ਹੈਗੀ ਉਹ ਸ਼ੁਰੂ ਵਿੱਚ ਛੋਟੀ ਹੁੰਦੀ ਸੀ, ਤੇ ਜਿਵੇਂ ਜਿਵੇਂ ਉਹ ਆਪਣੀ ਵਫਾਦਾਰੀ ਸਾਬਿਤ ਕਰਦਾ ਸੀ ਤਾਂ ਜਿਹੜਾ ਉਹਦਾ ਮਨਸਬ ਦਾ ਅਹੁਦਾ ਹੈਗਾ ਹੈ ਉਹ ਵੱਡਾ ਹੁੰਦਾ ਚਲਾ ਜਾਂਦਾ ਸੀਗਾ। ਜੇਕਰ ਆਪਾਂ ਦੇਖੀਏ ਤਾਂ ਜਿਹੜਾ ਮਨਸਬਦਾਰ ਦਾ ਅਹੁਦਾ ਜਿਹੜਾ ਘਟਾ ਵੀ ਦਿੱਤਾ ਜਾਂਦਾ ਸੀਗਾ, ਜਾਂ ਉਹਦੇ ਤੋਂ ਉਸਨੂੰ ਹਟਾ ਵੀ ਦਿੱਤਾ ਜਾਂਦਾ ਸੀ, ਕਿਉਂਕਿ ਜਿਹੜਾ ਬਾਦਸ਼ਾਹ ਹੈਗਾ ਹੈ ਉਹਨੂੰ ਜੇ ਲੱਗਦਾ ਸੀ ਕਿ ਉਹ ਵਿਅਕਤੀ ਜਿਹੜਾ ਉਹ ਸਹੀ ਢੰਗ ਨਾਲ ਆਪਣਾ ਜਿਹੜਾ ਕੰਮ ਨਹੀਂ ਕਰ ਰਿਹਾ, ਤਾਂ ਉਸਨੂੰ ਜਿਹੜਾ ਅਹੁਦੇ ਤੋਂ ਹਟਾ ਵੀ ਦਿੱਤਾ ਜਾਂਦਾ ਸੀਗਾ। ਮਨਸਬਦਾਰ ਦੀਆਂ ਜੇਕਰ ਆਪਾਂ ਸ਼੍ਰੇਣੀਆਂ ਦੀ ਗੱਲ ਕਰੀਏ ਤਾਂ ਅਕਬਰ ਦੇ ਰਾਜਕਾਲ ਦੇ ਦੌਰਾਨ ਜਿਹੜਾ ਮਨਸਬਦਾਰ ਦੀਆਂ ਜਿਹੜੀਆਂ ਕੁੱਲ 33 ਸ਼੍ਰੇਣੀਆਂ ਸੀਗੀਆਂ। ਤੇ ਸਭ ਤੋਂ ਜਿਹੜਾ ਛੋਟਾ ਮਨਸਬਦਾਰ ਸੀ ਉਹਦੇ ਕੋਲ ਜਿਹੜੇ 10 ਸਿਪਾਹੀ ਹੁੰਦੇ ਸੀ, ਤੇ ਜਿਹੜਾ ਸਭ ਤੋਂ ਵੱਡਾ ਮਨਸਬਦਾਰ ਸੀ ਤੇ ਉਹਦੇ ਕੋਲੇ 10,000 ਸਿਪਾਹੀ ਤੱਕ ਹੁੰਦੇ ਸੀਗੇ। ਅੱਗੇ ਆਪਾਂ ਦੇਖਾਂਗੇ ਜਾਤ ਅਤੇ ਸਵਾਰ ਮਨਸਬਦਾਰਾਂ ਦੀਆਂ ਸ਼੍ਰੇਣੀਆਂ। ਇਹਦੇ ਵਿੱਚ ਆਪਾਂ ਗੱਲ ਕਰਾਂਗੇ ਜੇਕਰ ਜਿਹੜਾ ਮਨਸਬਦਾਰ ਦਾ ਜਾਤ ਪਦ ਜਾਂ ਫਿਰ ਜਿਹੜਾ ਸਵਾਰ ਪਦ ਹੈਗਾ ਹੈ, ਜਿਸ ਨੂੰ ਆਪਾਂ ਅਹੁਦਾ ਬੋਲਦੇ ਹੈਗੇ ਆ, ਜੇਕਰ ਇਹ ਬਰਾਬਰ ਹੁੰਦੇ ਸੀ ਤਾਂ ਜਿਹੜਾ ਉਹ ਮਨਸਬਦਾਰ ਹੈਗਾ ਉਹ ਪਹਿਲੇ ਦਰਜੇ ਦਾ ਮਨਸਬਦਾਰ ਹੁੰਦਾ ਸੀਗਾ। ਤੇ ਜਿਵੇਂ ਆਪਾਂ ਉਦਾਹਰਨ ਦੇ ਤੌਰ ਤੇ ਦੇਖ ਸਕਦੇ ਹਾਂ, ਜੇਕਰ 5,000 ਜਾਤ ਹੈ ਤੇ ਨਾਲ ਦੀ ਨਾਲ ਜਿਹੜਾ 5,000 ਸਵਾਰ ਵੀ ਉਹਦੇ ਕੋਲੇ ਹੁੰਦੇ ਸੀਗੇ, ਤੇ ਇਹ ਜਿਹੜਾ ਹੈਗੀਆਂ ਦੋਨੇ ਸ਼੍ਰੇਣੀਆਂ ਜਾਤ ਤੇ ਸਵਾਰ ਬਰਾਬਰ ਹੁੰਦੇ ਸੀ ਤਾਂ ਜਿਹੜਾ ਪਹਿਲੇ ਦਰਜੇ ਦਾ ਮਨਸਬਦਾਰ ਕਿਹਾ ਜਾਂਦਾ ਸੀ ਉਸਨੂੰ। ਤੇ ਉਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਜੇਕਰ ਇੱਕ ਵਿਅਕਤੀ ਦੇ ਕੋਲ ਜਿਹੜਾ ਸਵਾਰ ਅਹੁਦਾ ਹੈਗਾ ਹੈ ਜਾਂ ਫਿਰ ਜਾਤ ਅਹੁਦੇ ਤੋਂ ਜਿਹੜਾ ਅੱਧਾ ਹੈ ਜਾਂ ਫਿਰ ਅੱਧੇ ਤੋਂ ਵੱਧ ਹੈ, ਜਿਵੇਂ ਆਪਾਂ ਦੇਖੀਏ ਜਿਵੇਂ ਉਹਦੇ ਕੋਲ ਜਾਤ ਜਿਹੜਾ ਹੈਗਾ ਹੈ ਉਹ 5,000 ਤੇ ਜਿਹੜਾ ਸਵਾਰ ਨੇ ਉਹ 3,000 ਨੇ, ਤਾਂ ਉਹ ਜਿਹੜਾ ਦੂਸਰੇ ਦਰਜੇ ਦਾ ਮਨਸਬਦਾਰ ਉਸਨੂੰ ਬੋਲਿਆ ਜਾਂਦਾ ਸੀਗਾ। ਤੇ ਇਹਦੇ ਵਿੱਚ ਆਪਾਂ ਦੇਖਦੇ ਹੈਗੇ ਜੇਕਰ ਤੀਸਰੇ ਦਰਜੇ ਦੇ ਮਨਸਬਦਾਰ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਕੋਲੇ ਜਿਹੜਾ ਜਾਤ ਪਾਤ ਤੋਂ ਜਿਹੜਾ ਅੱਧੇ ਤੋਂ ਥੋੜਾ ਘੱਟ ਹੁੰਦਾ ਸੀ ਸਵਾਰ ਪਦ, ਤਾਂ ਉਹ ਜਿਹੜਾ ਤੀਸਰੇ ਦਰਜੇ ਦਾ ਮਨਸਬਦਾਰ ਉਸਨੂੰ ਬੋਲਿਆ ਜਾਂਦਾ ਸੀਗਾ। ਆਪਾਂ ਇੱਥੇ ਵਿੱਚ ਵੀ ਦੇਖ ਸਕਦੇ ਹੈਗੇ ਸਵਾਰ ਅਹੁਦੇ ਤੋਂ ਜਿਹੜਾ ਜਾਤ ਅਹੁਦਾ ਹੈਗਾ ਏ ਅੱਧਾ ਜਾਂ ਫਿਰ ਅੱਧੇ ਤੋਂ ਘੱਟ ਹੁੰਦਾ ਸੀ ਤਾਂ ਉਹ ਤੀਸਰੇ ਦਰਜੇ ਦਾ ਮਨਸਬਦਾਰ ਉਸਨੂੰ ਮੰਨਿਆ ਜਾਂਦਾ ਸੀ। ਜੇਕਰ ਆਪਾਂ ਮਨਸਬਦਾਰਾਂ ਦੇ ਕਰਤੱਵਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਆਪਾਂ ਦੇਖਦੇ ਹੈਗੇ ਜਿਹੜਾ ਮਨਸਬਦਾਰ ਨੂੰ ਜਿਹੜਾ ਬਾਦਸ਼ਾਹ ਹੈਗਾ ਏ ਉਹਦੇ ਦੁਆਰਾ ਕਿਸੇ ਵੀ ਕੰਮ ਤੇ ਉਸਨੂੰ ਲਗਾਇਆ ਜਾ ਸਕਦਾ ਸੀਗਾ, ਕਿਸੇ ਵੀ ਵਿਭਾਗ ਦਾ ਉਸਨੂੰ ਪ੍ਰਬੰਧ ਦਿੱਤਾ ਜਾ ਸਕਦਾ ਸੀ, ਤੇ ਜਾਂ ਫਿਰ ਉਸਨੂੰ ਦਰਬਾਰ ਦੇ ਵਿੱਚ ਜਿਹੜਾ ਹਾਜ਼ਰ ਰਹਿਣ ਲਈ ਵੀ ਕਿਹਾ ਜਾ ਸਕਦਾ ਸੀਗਾ। ਕਿੰਤ ਭਾਵ ਕਿ ਉਹ ਜਿਹੜਾ ਦਰਬਾਰ ਦੇ ਵਿੱਚ ਹੀ ਉਸਨੂੰ ਜਿਹੜਾ ਮੌਜੂਦ ਰਹਿਣਾ ਪੈਂਦਾ ਸੀ। ਤਨਖਾਹਾਂ ਦੀ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਮਨਸਬਦਾਰਾਂ ਨੂੰ ਜਿਹੜੀ ਤਨਖਾਹ ਹੈਗੀ ਹੈ ਉਹਨਾਂ ਦੀ ਸ਼੍ਰੇਣੀ ਦੇ ਅਹੁਦੇ ਦੇ ਅਨੁਸਾਰ ਦਿੱਤੀ ਜਾਂਦੀ ਸੀਗੀ। ਤਾਂ ਤਨਖਾਹ ਵਿੱਚ ਵਾਧਾ ਜਾਂ ਕਟੌਤੀ ਵੀ ਕੀਤੀ ਜਾ ਸਕਦੀ ਸੀਗੀ, ਜਾਂ ਫਿਰ ਆਪਾਂ ਗੱਲ ਕਰੀਏ ਤਾਂ ਇਸਨੂੰ ਜਿਹੜਾ ਘੱਟ ਵੀ ਕੀਤਾ ਜਾ ਸਕਦਾ ਸੀਗਾ। ਆਪਾਂ ਕਹਿ ਸਕਦੇ ਹਾਂ ਕਿ ਜੇ ਵਾਧਾ ਤਾਂ ਪ੍ਰਮੋਸ਼ਨ ਹੋ ਗਿਆ, ਤੇ ਜੇ ਮਤਲਬ ਬਾਦਸ਼ਾਹ ਨੂੰ ਕਿਸੇ ਤਰ੍ਹਾਂ ਦੀ ਲੱਗਦੀ ਹੈਗੀ ਹੈ ਵੀ ਉਹਦੇ ਦੁਆਰਾ ਜਿਹੜਾ ਕੰਮ ਉਹ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ, ਤਾਂ ਉਹ ਜਿਹੜਾ ਉਹਦੀ ਜਿਹੜੀ ਤਨਖਾਹ ਹੈਗੀ ਉਹ ਘੱਟ ਵੀ ਕੀਤੀ ਜਾ ਸਕਦੀ ਸੀ ਬਾਦਸ਼ਾਹ ਦੇ ਦੁਆਰਾ। ਅੱਗੇ ਆਪਾਂ ਦੇਖਾਂਗੇ ਜਹਾਂਗੀਰ ਦੇ ਬਾਰੇ ਵਿੱਚ 1605 ਤੋਂ 1627 ਈਸਵੀ। ਇਹਦੇ ਵਿੱਚ ਆਪਾਂ ਦੇਖਦੇ ਹੈਗੇ ਕਿ 1605 ਈਸਵੀ ਜਦੋਂ ਅਕਬਰ ਦੀ ਮੌਤ ਹੋ ਜਾਂਦੀ ਹੈਗੀ ਤਾਂ ਜਹਾਂਗੀਰ ਜਿਹੜਾ ਹੈਗਾ ਉਹ ਮੁਗਲ ਬਾਦਸ਼ਾਹ ਬਣ ਕੇ ਜਿਹੜਾ ਗੱਦੀ ਦੇ ਉੱਪਰ ਬੈਠਦਾ ਹੈਗਾ। ਤੇ
1605 ਤੋਂ 1627 ਈਸਵੀ ਤੱਕ ਸ਼ਾਸਨ ਕਰਦਾ ਹੈ। ਅੱਗੇ ਆਪਾਂ ਗੱਲ ਕਰਾਂਗੇ ਜਹਾਂਗੀਰ ਦੀਆਂ ਜਿੱਤਾਂ ਦੇ ਬਾਰੇ ਵਿੱਚ। ਤੇ ਜਹਾਂਗੀਰ ਜਿਹੜਾ ਹੈਗਾ ਹੈ ਉਹਨੇ ਮੁਗਲ ਸਾਮਰਾਜ ਦਾ ਵਿਸਥਾਰ ਕਰਨ ਲਈ ਜਾਂ ਇਸ ਨੂੰ ਮਜ਼ਬੂਤ ਬਣਾਉਣ ਲਈ ਸਭ ਤੋਂ ਪਹਿਲਾਂ ਜਿਹੜਾ ਖੁਸਰੋ ਦੇ ਵਿਦਰੋਹ ਨੂੰ ਦਬਾਇਆ ਸੀ, ਜਿਹੜਾ ਕਿ ਉਸਦਾ ਵੱਡਾ ਪੁੱਤਰ ਸੀਗਾ। ਇਸ ਤੋਂ ਪਿੱਛੋਂ ਉਹਨੇ ਬੰਗਾਲ ਤੇ ਅਵਧ ਨੂੰ ਜਿਹੜਾ ਆਪਣੇ ਕਬਜ਼ੇ ਵਿੱਚ ਕੀਤਾ ਸੀ। ਤੇ 1613 ਈਸਵੀ ਵਿੱਚ ਮੇਵਾੜ ਦੇ ਸ਼ਾਸਕ ਜਿਹੜਾ ਉਸ ਟਾਈਮ ਤੇ ਸੀਗਾ ਰਾਣਾ ਅਮਰ ਸਿੰਘ, ਜਿਹੜਾ ਕਿ ਮਹਾਰਾਣਾ ਪ੍ਰਤਾਪ ਦਾ ਪੁੱਤਰ ਸੀ, ਉਹਨੂੰ ਹਰਾਇਆ ਸੀ। ਉਸ ਤੋਂ ਪਿੱਛੋਂ ਮਹਾਰਾਣਾ ਅਮਰ ਨੂੰ ਜਿਹੜੇ ਉਹਦੇ ਇਲਾਕੇ ਹੈਗੇ ਨੇ ਉਹ ਸਾਰੇ ਵਾਪਸ ਕਰ ਦਿੱਤੇ ਗਏ ਸੀ। ਜਹਾਂਗੀਰ ਦੇ ਅਧੀਨ ਰਹਿ ਕੇ ਜਿਹੜਾ ਉਹ ਸ਼ਾਸਨ ਕਰੇਗਾ। ਤੇ ਇਸ ਤੋਂ ਇਲਾਵਾ ਜਿਹੜਾ ਉਹ ਮੁਗਲ ਬਾਦਸ਼ਾਹ ਦੇ ਪ੍ਰਤੀ ਜਿਹੜਾ ਵਫਾਦਾਰੀ ਵੀ ਆਪਣੀ ਦਿਖਾਏਗਾ। ਤੇ ਨਾਲ ਦੀ ਨਾਲ 1620 ਈਸਵੀ ਦੇ ਵਿੱਚ ਜਹਾਂਗੀਰ ਨੇ ਜਿਹੜਾ ਕਾਂਗੜੇ ਉੱਤੇ ਵੀ ਜਿੱਤ ਪ੍ਰਾਪਤ ਕਰ ਲਈ ਸੀ। ਜਹਾਂਗੀਰ ਨੇ ਦੱਖਣ ਵਿੱਚ ਵੀ ਜਿਹੜਾ ਮੁਗਲਾਂ ਦੇ ਪ੍ਰਭਾਵ ਦਾ ਵਿਸਥਾਰ ਕਰਨ ਲਈ ਸਭ ਤੋਂ ਪਹਿਲਾਂ ਜਿਹੜਾ ਅਹਿਮਦਨਗਰ ਦਾ ਕਿਲਾ ਹੈਗਾ ਹੈ ਉਹਨੂੰ ਜਿੱਤ ਲਿਆ ਸੀ। ਤੇ ਅਹਿਮਦਨਗਰ ਦਾ ਜਿਹੜਾ ਸੈਨਾਪਤੀ ਸੀਗਾ ਮਲਿਕ ਅੰਬਰ, ਉਹਨੇ ਜਿਹੜਾ ਦੱਖਣ ਭਾਰਤ ਦੇ ਇਲਾਕੇ ਜਿੱਤਣ ਵਿੱਚ ਮੁਗਲਾਂ ਦਾ ਵਿਰੋਧ ਕੀਤਾ ਸੀ, ਕਿਉਂਕਿ ਇਹੀ ਇੱਕ ਜਿਹੜਾ ਸੈਨਾਪਤੀ ਸੀਗਾ ਜਿਸ ਨੇ ਪੂਰੀ ਤਰ੍ਹਾਂ ਨਾਲ ਮੁਗਲਾਂ ਦਾ ਜਿਹੜਾ ਖਿਲਾਫ ਖੜਾ ਹੋਇਆ ਸੀ। ਤੇ ਇਹਦੇ ਦੁਆਰਾ ਕਈ ਵਾਰ ਜਿਹੜਾ ਮੁਗਲਾਂ ਨੂੰ ਮਾਤ ਵੀ ਦਿੱਤੀ ਗਈ ਸੀ, ਪਰ ਅੰਤ ਵਿੱਚ ਜਿਹੜਾ ਉਹਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ, ਜਿਸ ਦੇ ਚੱਲਦੇ ਜਿਹੜੇ ਮੁਗਲ ਹੈਗੇ ਨੇ ਉਹ ਦੱਖਣ ਭਾਰਤ ਵਿੱਚ ਵਿਸਥਾਰ ਕਰਨ ਵਿੱਚ ਜਿਹੜਾ ਕਾਮਯਾਬ ਹੋ ਜਾਂਦੇ ਹੈਗੇ ਨੇ। ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਈਰਾਨ ਦਾ ਜੋ ਸ਼ਾਸਕ ਸੀਗਾ ਉਹਨੇ ਜਿਹੜਾ ਅਫਗਾਨਿਸਤਾਨ ਦੇ ਵਿੱਚ ਜਹਾਂਗੀਰ ਦੇ ਕਬਜ਼ੇ ਵਿੱਚ ਸੀ ਜਿਹੜਾ ਕਿ ਇਲਾਕਾ ਸੀਗਾ ਉਸ ਟਾਈਮ ਤੇ ਕੰਧਾਰ, ਉਹਨੂੰ ਵੀ ਉਹਦੇ ਤੋਂ ਖੋਹ ਲਿਆ ਸੀ ਈਰਾਨ ਦੇ ਸ਼ਾਸਕ ਦੇ ਦੁਆਰਾ। ਅੱਗੇ ਆਪਾਂ ਗੱਲ ਕਰਾਂਗੇ ਜਹਾਂਗੀਰ ਦੇ ਦਰਬਾਰ ਤੇ ਨੂਰਜਹਾਂ ਦੇ ਪ੍ਰਭਾਵ ਬਾਰੇ। ਤੇ ਇਹਦੇ ਵਿੱਚ ਆਪਾਂ ਦੇਖ ਰਹੇ ਹੈਗੇ ਆ ਚਿੱਤਰ ਦੇ ਵਿੱਚ ਇਹ ਨੂਰਜਹਾਂ ਦਾ ਚਿੱਤਰ ਹੈਗਾ ਹੈ। 1611 ਈਸਵੀ ਦੇ ਵਿੱਚ ਆਪਾਂ ਦੇਖਦੇ ਹੈਗੇ ਆ ਕਿ ਜਹਾਂਗੀਰ ਨੇ ਜਿਹੜਾ ਨੂਰਜਹਾਂ ਨਾਲ ਵਿਆਹ ਕਰਵਾ ਲਿਆ ਸੀ। ਤੇ ਉਸ ਤੋਂ ਜੇ ਆਪਾਂ ਗੱਲ ਕਰੀਏ ਨੂਰਜਹਾਂ ਦੇ ਬਾਰੇ ਵਿੱਚ ਤਾਂ ਜਿਹੜੀ ਬਹੁਤ ਹੀ ਜ਼ਿਆਦਾ ਸੁੰਦਰ ਤੇ ਜਿਹੜੀ ਬੁੱਧੀਮਾਨ ਔਰਤ ਸੀਗੀ, ਨਾਲ ਦੀ ਨਾਲ ਜਿਹੜੀ ਉਹ ਇੱਕ ਅਭਿਲਾਸ਼ੀ ਤੇ ਰਾਜ ਦੇ ਸ਼ਾਸਨ ਪ੍ਰਬੰਧ ਵਿੱਚ ਵੀ ਜਿਹੜੀ ਦਿਲਚਸਪੀ ਰੱਖਦੀ ਸੀਗੀ। ਇਸ ਤੋਂ ਇਲਾਵਾ ਜਿਹੜਾ ਜਹਾਂਗੀਰ ਹੈਗਾ ਇਹ ਮਹੱਤਵਪੂਰਨ ਮਾਮਲਿਆਂ ਦੇ ਵਿੱਚ ਜਿਹੜੇ ਰਾਜਸੀ ਮਾਮਲੇ ਹੈਗੇ ਨੇ ਉਹਨਾਂ ਦੇ ਵਿੱਚ ਉਹਦੀ ਸਲਾਹ ਵੀ ਲੈਂਦਾ ਸੀਗਾ। ਤੇ ਇੱਕ ਐਸਾ ਟਾਈਮ ਵੀ ਆਉਂਦਾ ਹੈਗਾ ਜਦੋਂ ਜਹਾਂਗੀਰ ਬਿਮਾਰ ਹੋ ਜਾਂਦਾ ਹੈ ਕਾਫੀ ਲੰਬੇ ਸਮੇਂ ਦੇ ਲਈ, ਤਾਂ ਜਿਹੜਾ ਸ਼ਾਸਨ ਪ੍ਰਬੰਧ ਹੈਗਾ ਹੈ ਉਹ ਸਾਰੇ ਦਾ ਸਾਰਾ ਜਿਹੜਾ ਨੂਰਜਹਾਂ ਦੇ ਹੱਥਾਂ ਵਿੱਚ ਆ ਜਾਂਦਾ ਹੈ। ਤੇ ਉਸਨੇ ਜਿਹੜਾ ਆਪਣੇ ਨਾਂ ਦੇ ਜਿਹੜੇ ਸ਼ਾਹੀ ਫਰਮਾਨ ਵੀ ਜਾਰੀ ਕੀਤੇ ਗਏ ਸੀਗੇ ਉਹਦੇ ਦੁਆਰਾ। ਤੇ ਇੱਥੋਂ ਤੱਕ ਕਿ ਜਿਹੜੇ ਸਿੱਕੇ ਹੈਗੇ ਨੇ ਉਹ ਵੀ ਜਿਹੜਾ ਜਹਾਂਗੀਰ ਤੇ ਨੂਰਜਹਾਂ ਦੇ ਨਾਂ ਦੇ ਸਾਂਝੇ ਸਿੱਕੇ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਇੱਥੋਂ ਆਪਾਂ ਕਹਿ ਸਕਦੇ ਹਾਂ ਕਿ ਜਿਹਦਾ ਕਿੰਨਾ ਜ਼ਿਆਦਾ ਪ੍ਰਭਾਵ ਰਿਹਾ ਹੋਏਗਾ ਜਹਾਂਗੀਰ ਦੇ ਟਾਈਮ ਤੇ ਦਰਬਾਰ ਦੇ ਉੱਪਰ, ਸ਼ਾਸਨ ਪ੍ਰਬੰਧ ਦੇ ਉੱਪਰ। ਅੱਗੇ ਆਪਾਂ ਗੱਲ ਕਰਾਂਗੇ ਸ਼ਾਹਜਹਾਂ ਦੇ ਬਾਰੇ ਵਿੱਚ 1628 ਤੋਂ 1657 ਈਸਵੀ। ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜਾ ਸ਼ਾਹਜਹਾਂ ਹੈਗਾ ਉਹ ਜਹਾਂਗੀਰ ਦਾ ਪੁੱਤਰ ਹੈਗਾ ਹੈ। ਉਹਦੀ ਮਾਤਾ ਹੈਗੀ, ਉਹਦਾ ਨਾਮ ਜਗਤ ਗੁਸਾਈ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਇਤਿਹਾਸ ਦੇ ਵਿੱਚ। ਜਦੋਂ ਜਹਾਂਗੀਰ ਦੀ ਮੌਤ ਹੋ ਜਾਂਦੀ ਹੈਗੀ ਹੈ 1628 ਈਸਵੀ ਦੇ ਵਿੱਚ, ਉਸ ਤੋਂ ਪਿੱਛੋਂ ਜਿਹੜਾ ਗੱਦੀ ਦੇ ਉੱਪਰ ਬੈਠਦਾ ਹੈਗਾ ਏ। ਤੇ ਬੁੰਦੇਲਖੰਡ ਤੇ ਦੱਖਣ ਦੇ ਵਿੱਚ ਉਹਨੇ ਜਿਹੜੇ ਬਹੁਤ ਸਾਰੇ ਵਿਦਰੋਹਾਂ ਦਾ ਜਿਹੜਾ ਟਾਕਰਾ ਕੀਤਾ ਸੀਗਾ ਸ਼ਾਹਜਹਾਂ ਨੇ। 1628 ਈਸਵੀ ਵਿੱਚ ਬੁੰਦੇਲਖੰਡ ਦਾ ਸ਼ਾਸਕ ਸੀਗਾ ਜੁਝਾਰ ਸਿੰਘ, ਉਹਨੇ ਵੀ ਸ਼ਾਹਜਹਾਂ ਦੇ ਵਿਰੁੱਧ ਵਿਦਰੋਹ ਕੀਤਾ ਸੀ, ਪਰੰਤੂ ਜਿਹੜਾ ਉਹ ਹਾਰ ਜਾਂਦਾ ਹੈਗਾ ਏ ਜੁਝਾਰ ਸਿੰਘ। ਤੇ ਇਸ ਤੋਂ ਪਿੱਛੋਂ 1628 ਤੋਂ ਪਿੱਛੋਂ 1635 ਈਸਵੀ ਵਿੱਚ ਉਹਦੇ ਦੁਆਰਾ ਫਿਰ ਵਿਦਰੋਹ ਕੀਤਾ ਜਾਂਦਾ ਹੈ, ਤੇ ਜਿਸ ਦੇ ਵਿੱਚ ਉਹ ਮੁਗਲਾਂ ਦੁਆਰਾ ਮਾਰ ਦਿੱਤਾ ਜਾਂਦਾ ਹੈਗਾ ਏ ਜੁਝਾਰ ਸਿੰਘ। ਅੱਗੇ ਆਪਾਂ ਗੱਲ ਕਰਾਂਗੇ 1633 ਈਸਵੀ ਵਿੱਚ ਸ਼ਾਹਜਹਾਂ ਨੇ ਦੱਖਣ ਵਿੱਚ ਅਹਿਮਦਨਗਰ ਉੱਤੇ ਹਮਲਾ ਕਰਕੇ ਉਸ ਨੂੰ ਜਿਹੜਾ ਮੁਗਲ ਸਾਮਰਾਜ ਵਿੱਚ ਮਿਲਾ ਲਿਆ ਸੀ। ਜੇ ਆਪਾਂ ਜਹਾਂਗੀਰ ਦੇ ਟਾਈਮ ਤੇ ਗੱਲ ਕਰੀਏ ਤਾਂ ਮਲਿਕ ਅੰਬਰ ਦੁਆਰਾ ਉਹਨਾਂ ਨੂੰ ਜਿਹੜਾ ਉਹਨਾਂ ਦਾ ਮੁਕਾਬਲਾ ਕੀਤਾ ਗਿਆ ਸੀ, ਕਿਤੇ ਨਾ ਕਿਤੇ ਜਿਹੜਾ ਉਹ ਸਫਲਤਾ ਉਹਨਾਂ ਨੂੰ ਜਿਹੜੀ ਪ੍ਰਾਪਤ ਨਹੀਂ ਹੋਈ ਸੀ, ਜਿਹੜੀ ਕਿ ਸ਼ਾਹਜਹਾਂ ਦੇ ਦੁਆਰਾ ਅਹਿਮਦਨਗਰ ਨੂੰ ਦੁਬਾਰਾ ਤੋਂ ਜਿਹੜਾ ਮੁਗਲ ਸਾਮਰਾਜ ਵਿੱਚ ਮਿਲਾ ਕੇ ਜਿਹੜੀ ਪ੍ਰਾਪਤ ਕਰ ਲਈ ਗਈ ਸੀ। ਬੀਜਾਪੁਰ ਤੇ ਗੋਲਕੁੰਡਾ ਜਿਹੜੇ ਹੈਗੇ ਨੇ ਸੁਤੰਤਰ ਰਾਜਾਂ ਨੇ ਵੀ ਮੁਗਲਾਂ ਦੀ ਜਿਹੜੀ ਅਧੀਨਤਾ ਸਵੀਕਾਰ ਕਰ ਲਈ ਸੀ, ਤੇ ਨਾਲ ਹੀ ਜਿਹੜਾ ਸੰਧੀ ਦੇ ਉੱਪਰ ਦਸਤਖਤ ਵੀ ਉਹਨਾਂ ਦੁਆਰਾ ਕਰ ਦਿੱਤੇ ਗਏ ਸੀ। ਤੇ ਇਸ ਤਰ੍ਹਾਂ ਆਪਾਂ ਦੇਖਦੇ ਹੈਗੇ ਹਾਂ ਕਿ ਜਿਹੜਾ ਸ਼ਾਹਜਹਾਂ ਹੈਗਾ ਹੈ ਉਹਦੇ ਟਾਈਮ ਤੇ ਗੋਲਕੁੰਡਾ, ਬੀਜਾਪੁਰ ਤੇ ਜਿਹੜਾ ਅਹਿਮਦਨਗਰ ਜਿਹੜਾ ਸਾਊਥ ਇੰਡੀਆ ਹੈਗਾ ਹੈ, ਆਪਾਂ ਕਹਿ ਸਕਦੇ ਹੈਗੇ ਹਾਂ ਕਿ ਇਹ ਜਿਹੜੇ ਇਲਾਕੇ ਹੈਗੇ ਨੇ ਦੱਖਣ ਭਾਰਤ ਦੇ ਉਹ ਇਹਨਾਂ ਦੀ ਅਧੀਨ ਆ ਚੁੱਕੇ ਸੀ ਮੁਗਲਾਂ ਦੇ। 1657 ਈਸਵੀ ਵਿੱਚ ਸ਼ਾਹਜਹਾਂ ਬਿਮਾਰ ਹੋ ਜਾਂਦਾ ਹੈ ਤੇ ਉਸਦੇ ਪੁੱਤਰਾਂ ਦੇ ਜਿਹੜਾ ਰਾਜਗੱਦੀ ਲਈ ਸੰਘਰਸ਼ ਚੱਲ ਪੈਂਦਾ ਹੈਗਾ। ਔਰੰਗਜ਼ੇਬ ਨੇ ਸ਼ਾਹਜਹਾਂ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਸੀਗਾ, ਤੇ ਨਾਲ ਦੀ ਨਾਲ ਜਿਹੜੀ ਬਾਦਸ਼ਾਹਤ ਹੈਗੀ ਉਹ ਜਿਹੜੀ ਖੁਦ ਪ੍ਰਾਪਤ ਕਰ ਲਈ ਸੀ। ਇਹਦੇ ਵਿੱਚ ਇੱਕ ਅਫਵਾਹ ਫੈਲ ਜਾਂਦੀ ਹੈਗੀ ਹੈ ਕਿ ਸ਼ਾਹਜਹਾਂ ਜੋ ਹੈਗਾ ਹੈ ਉਹਦੀ ਮੌਤ ਹੋ ਗਈ ਹੈ। ਤੇ ਉਸ ਤੋਂ ਪਿੱਛੇ ਜਿਹੜਾ ਦਾਰਾ ਸ਼ਿਕੋ ਜੋ ਕਿ ਸ਼ਾਹਜਹਾਂ ਦਾ ਸਭ ਤੋਂ ਵੱਡਾ ਪੁੱਤਰ ਸੀ, ਜਿਹੜਾ ਕਿ ਗੱਦੀ ਦਾ ਦਾਅਵੇਦਾਰ ਸੀਗਾ, ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਸ ਨੂੰ ਸ਼ਾਹਜਹਾਂ ਦੇ ਦੁਆਰਾ ਚੁਣਿਆ ਗਿਆ ਸੀਗਾ ਗੱਦੀ ਦੇ ਲਈ, ਰਾਜਗੱਦੀ ਦੇ ਲਈ, ਤੇ ਉਸ ਨੂੰ ਜਿਹੜਾ ਔਰੰਗਜ਼ੇਬ ਦੇ ਦੁਆਰਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੈਗਾ ਏ। ਤੇ ਇਸ ਤੋਂ ਬਾਅਦ ਸ਼ਾਹਜਹਾਂ ਨੂੰ ਉਹਦੇ ਦੁਆਰਾ ਕੈਦ ਕਰ ਲਿਆ ਜਾਂਦਾ ਹੈ ਕਿਲੇ ਦੇ ਵਿੱਚ ਹੀ, ਤੇ ਉਸ ਤੋਂ ਬਾਅਦ ਜਿਹੜੀ ਬਾਦਸ਼ਾਹਤ ਹੈਗੀ ਉਹ ਆਪਣੇ ਅਧੀਨ ਕਰ ਲਈ ਜਾਂਦੀ ਹੈਗੀ ਹੈ ਔਰੰਗਜ਼ੇਬ ਦੇ ਦੁਆਰਾ।